ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਰੁਕ ਸਭ ਤੋਂ ਪਹਿਲਾਂ ਕਰਾਂਗੇ ਕਿਸਾਨ ਅੰਦੋਲਨ ਦੇ ਵੱਲ। ਜੀ ਹਾਂ, ਕਿਸਾਨ ਜਥੇਬੰਦੀਆਂ ਦੀ ਅਹਿਮ ਬੈਠਕ ਹੋਈ ਹੈ ਬੀਤੇ ਦਿਨੀ। ਸੂਤਰਾਂ ਦੇ ਹਵਾਲੇ ਦੇ ਨਾਲ ਖਬਰ ਆ ਰਹੀ ਹੈ ਕਿ ਇੱਕ ਗੁਪਤ ਮੀਟਿੰਗ ਜਿਹਨੂੰ ਕਿਹਾ ਜਾ ਰਿਹਾ ਹੈ ਉਹ ਕੇਂਦਰ ਅਤੇ ਕਿਸਾਨਾਂ ਦੇ ਵਿਚਕਾਰ ਹੋਈ ਹੈ। ਇਸ ਬੈਠਕ ਦੇ ਵਿੱਚ 6 ਦੇ ਕਰੀਬ ਕਿਸਾਨ ਆਗੂ ਮੌਜੂਦ ਸੀ, ਜਿਨ੍ਹਾਂ ਦੇ ਵਿੱਚ ਸੂਤਰਾਂ ਦੇ ਹਵਾਲੇ ਦੇ ਨਾਲ ਖਬਰ ਹੈ ਕਿ ਗੁਰਨਾਮ ਸਿੰਘ ਚੜੂਨੀ ਦੇ ਸਮੇਤ ਬਲਵੀਰ ਸਿੰਘ ਰਾਜੇਵਾਲ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਸੀ। ਇਹ ਮੀਟਿੰਗ ਅਹਿਮ ਚਰਚਾਵਾਂ ਇਸ ਮੀਟਿੰਗ ਦੇ ਵਿੱਚ ਹੋਈਆਂ ਨੇ। ਕੇਂਦਰ ਦੇ ਅਧਿਕਾਰੀ ਇਸ ਮੀਟਿੰਗ ਦੇ ਵਿੱਚ ਸੀ, ਜਿਸ ਮੀਟਿੰਗ ਦੇ ਵਿੱਚ ਚਰਚਾਵਾਂ ਹੋਈਆਂ ਨੇ ਕਿ ਆਖਰਕਾਰ ਕਿਸਾਨ ਕਾਨੂੰਨ ਰੱਦ ਕਰਾਉਣ ਤੋਂ ਥੱਲੇ ਕਿਸ ਗੱਲ ਉੱਤੇ ਸਹਿਮਤੀ ਬਣਾ ਸਕਦੇ ਨੇ। ਇਸ ਗੱਲ ਨੂੰ ਲੈ ਕੇ ਸਰਕਾਰ ਵਾਲੇ ਪੱਖ ਤੋਂ ਸਵਾਲ ਪੁੱਛੇ ਗਏ ਨੇ। ਇਹ ਵੱਡੀ ਖਬਰ ਰਹੀ ਹੈ ਕਿ ਇਸ ਮੀਟਿੰਗ ਦੇ ਵਿੱਚੋਂ ਦੱਸਿਆ ਜਾ ਰਿਹਾ ਹੈ ਕਿ ਗੱਲਬਾਤ ਸਕਾਰਾਤਮਕ ਰਹੀ ਹੈ, ਹੱਲ ਵਾਲੇ ਮਸਲੇ ਦੇ ਵੱਲ ਵਧੀ ਹੈ ਗੱਲ, ਤੇ ਇਸ ਨੂੰ ਲੈ ਕੇ ਅਧਿਕਾਰਿਕ ਤੌਰ ਦੇ ਉੱਤੇ ਕਿਸਾਨ ਵਾਲੇ ਪੱਖ ਤੋਂ ਜਾਂ ਸਰਕਾਰ ਵਾਲੇ ਪੱਖ ਤੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ। ਪਰ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਖਬਰ ਆ ਰਹੀ ਹੈ ਕਿ ਇੱਕ ਮੀਟਿੰਗ ਹੋਈ ਹੈ ਕੇਂਦਰ ਅਤੇ ਕਿਸਾਨਾਂ ਦੇ ਵਿਚਕਾਰ। ਸਿੱਧਾ ਚੱਲਦੇ ਹਾਂ ਸੁਰਿੰਦਰ ਡੱਲਾ ਹੋਣਾ ਤੋਂ ਪੂਰਾ ਜਾਣਦੇ ਆ ਕਿ ਆਖਿਰਕਾਰ ਕੀ ਕੁਝ ਇਸ ਮੀਟਿੰਗ ਦੇ ਵਿੱਚ ਹੋਇਆ ਤੇ ਕੀ ਹੋ ਸਕਦਾ ਹੈ। ਡੱਲਾ ਸਾਹਿਬ, ਜੋ ਸੂਤਰਾਂ ਦੇ ਹਵਾਲੇ ਦੇ ਨਾਲ ਖਬਰ ਆ ਰਹੀ ਹੈ, ਕੀ ਲੱਗਦਾ ਇਸ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਹੈ ਤੇ ਹੋਈ ਹੈ ਮੀਟਿੰਗ ਜਾਂ ਨਹੀਂ ਹੋਈ? ਦੇਖੋ, ਇਹ ਬਹੁਤ ਵੱਡੀ ਗੱਲ ਹੈ ਅਗਰ ਕਿਸੇ ਵੱਡੇ ਅਫਸਰ ਦੀ ਜਾਂ ਅਫਸਰਾਂ ਦੀ ਕਿਸਾਨਾਂ ਦੇ ਨਾਲ ਕੋਈ ਮੀਟਿੰਗ ਹੋਈ ਹੈ। ਭਾਵੇਂ ਇਹਨੂੰ ਗੁਪਤ ਮੀਟਿੰਗ ਕਹਿ ਲਓ, ਭਾਵੇਂ ਇਹਨੂੰ ਸਧਾਰਨ ਮੀਟਿੰਗ ਕਹਿ ਲਓ, ਮੀਟਿੰਗ ਦਾ ਹੋਣਾ ਇੱਕ ਬਹੁਤ ਵੱਡੀ ਘਟਨਾ ਹੈ। ਇਹ ਹੁਣ ਕਿਸਾਨ ਲੀਡਰਾਂ ਨੂੰ ਸਾਡੇ ਨੂੰ ਸਾਫ਼ ਕਰਨਾ ਪਊਗਾ ਕਿ ਉਹਨਾਂ ਦੀ ਕੋਈ ਮੀਟਿੰਗ ਹੋਈ ਹੈ ਭਾਰਤ ਸਰਕਾਰ ਦੇ ਕਿਸੇ ਅਫਸਰ ਜਾਂ ਅਫਸਰਾਂ ਦੇ ਨਾਲ ਜਾਂ ਨਹੀਂ ਹੋਈ। ਚਰਚਾਵਾਂ ਇਹ ਨੇ ਮੀਡੀਆ 'ਚ, ਮੈਂ ਵੱਖ-ਵੱਖ ਮੀਡੀਆ ਦੇ ਜਿਹੜੇ ਪਲੇਟਫਾਰਮ ਹੈ ਉਹਨਾਂ 'ਤੇ ਗਗਨ ਦੇਖ ਰਿਹਾ ਸੀ ਕਿ ਕਹਿੰਦੇ ਬਲਵੀਰ ਸਿੰਘ ਰਾਜੇਵਾਲ ਸੀ ਮੀਟਿੰਗ 'ਚ, ਗੁਰਨਾਮ ਸਿੰਘ ਚੜੂਨੀ ਸੀ, ਕਈ ਹੋਰ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ। ਪਰ ਇਹਨਾਂ ਲੀਡਰਾਂ ਦੀ ਹੁਣ ਜ਼ਿੰਮੇਵਾਰੀ ਹੈ ਸਾਫ਼ ਕਰਨ ਬਾਕੀ ਕਿਸਾਨ ਮੋਰਚੇ ਨੂੰ ਜਾਂ ਬਾਕੀ ਪੰਜਾਬ ਨੂੰ ਵੀ ਕੀ ਕੋਈ ਅਜਿਹੀ ਮੀਟਿੰਗ ਹੋਈ ਹੈ। ਅਗਰ ਮੀਟਿੰਗ ਹੋਈ ਹੈ ਉਹਦਾ ਏਜੰਡਾ ਕੀ ਸੀ। ਹਾਂ, ਇਹ ਹੋ ਸਕਦਾ ਹੈ ਕਿ ਸਰਕਾਰ ਨੇ ਆਪ ਗੱਲਬਾਤ ਕਰਨ ਦੀ ਬਜਾਏ ਪਹਿਲਾਂ ਕਿਸੇ ਅਫਸਰ ਜਾਂ ਅਫਸਰਾਂ ਨੂੰ ਕਿਹਾ ਹੋਵੇ ਕਿ ਤੁਸੀਂ ਕਿਸਾਨਾਂ ਨਾਲ ਇੱਕ ਮੀਟਿੰਗ ਕਰਕੇ ਦੇਖੋ ਆਪਣੇ ਪੱਧਰ ਤੇ ਤੁਸੀਂ ਕਿਸਾਨਾਂ ਨੂੰ ਕਹੋ ਕਿ ਅਸੀਂ ਤੁਹਾਡੇ ਨਾਲ ਆਪਣੇ ਪੱਧਰ ਤੇ ਮੀਟਿੰਗ ਕਰ ਰਹੇ ਹਾਂ ਤੇ ਇਸ ਮੀਟਿੰਗ ਬਾਰੇ ਕਿਸੇ ਨੂੰ ਦੱਸਿਓ ਨਾ, ਤੁਸੀਂ ਕੀ ਚਾਹੁੰਦੇ ਹੋ, ਤਾਂ ਕਿ ਸਰਕਾਰ ਫੀਡਬੈਕ ਲੈਣਾ ਚਾਹੁੰਦੀ ਹੋਵੇ। ਕਈ ਵਾਰੀ ਸਰਕਾਰਾਂ ਇਸ ਤਰੀਕੇ ਨਾਲ ਅਫਸਰਾਂ ਨੂੰ ਗੁਪਤ ਤੌਰ ਤੇ ਸੁਨੇਹੇ ਲਾ ਦਿੰਦੀਆਂ ਨੇ ਵੀ ਤੁਸੀਂ ਮੀਟਿੰਗ ਕਰੋ ਤੇ ਫੀਡਬੈਕ ਦਿਓ। ਹੁਣ ਅਫਸਰਾਂ ਨੇ ਪੁੱਛਿਆ ਹੋਣਾ ਵੀ ਤੁਸੀਂ ਕਿਸਾਨ ਕਿੱਥੇ ਤੱਕ ਜਾਣਾ ਚਾਹੁੰਦੇ ਹੋ, ਤੁਸੀਂ ਸਮਝੌਤਾ ਕਿਸ ਰੂਪ 'ਚ ਦੇਖਦੇ ਹੋ, ਕੀ ਤੁਸੀਂ 1.5 ਸਾਲ ਕਾਨੂੰਨ ਮੁਲਤਵੀ ਕਰਨ ਦੀ ਗੱਲ ਨਾਲ ਸਹਿਮਤ ਹੋ ਜਾਂ ਕੀ ਤੁਸੀਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਚਾਹੁੰਦੇ। ਔਰ ਇਹ ਅਫਸਰਾਂ ਨੇ ਹੋ ਸਕਦਾ ਇਸ ਤਰੀਕੇ ਦੇ ਏਜੰਡੇ 'ਚ ਮੀਟਿੰਗ ਕੀਤੀ ਹੋਵੇ ਤੇ ਸਰਕਾਰ ਨੂੰ ਰਿਪੋਰਟ ਦਿੱਤੀ ਹੋਵੇ, ਕਿਉਂਕਿ ਸਰਕਾਰ, ਦੇਖੋ, ਸਰਕਾਰ ਤੇ ਦਬਾਅ ਤਾਂ ਹੈ ਕਿਸਾਨ ਅੰਦੋਲਨ ਦਾ। ਔਰ ਕਾਲਾ ਦਿਹਾੜਾ ਜਿਵੇਂ ਮਨਾਇਆ ਗਿਆ, ਦੁਨੀਆ ਭਰ 'ਚ ਪੰਜਾਬੀਆਂ ਨੇ ਰੋਸ ਝੰਡੇ ਲਹਿਰਾਏ, ਦੇਸ਼ 'ਚ ਕਿਸਾਨਾਂ ਨੇ ਰੋਸ ਝੰਡੇ ਲਹਿਰਾਏ ਆਪਣੇ ਘਰਾਂ 'ਤੇ, ਗੱਡੀਆਂ 'ਤੇ, ਸਾਈਕਲਾਂ 'ਤੇ, ਸਕੂਟਰਾਂ 'ਤੇ, ਟਰੈਕਟਰਾਂ 'ਤੇ, ਛੱਤਾਂ 'ਤੇ, ਵਿਹੜਿਆਂ 'ਚ, ਗੇਟਾਂ 'ਤੇ। ਉਹਦਾ ਮਤਲਬ ਕੀ ਹੈ ਕਿ ਲੋਕ ਚਾਹੁੰਦੇ ਨੇ ਕਿਤੇ ਨਾ ਕਿਤੇ ਵੀ ਸਰਕਾਰ ਸਾਡੇ ਮਸਲੇ ਨੂੰ ਸੁਣੇ ਤੇ ਇਹਨੂੰ ਨਿਬੇੜੇ। ਹੁਣ ਇਹ ਜਿਹੜੀ ਮੀਟਿੰਗ ਹੈ, ਅਗਰ ਮੀਟਿੰਗ ਹੋਈ ਹੈ ਤਾਂ ਵੀ ਬਹੁਤ ਚੰਗੀ ਗੱਲ ਹੈ ਔਰ ਇਹਦੇ ਨਾਲ ਸਰਕਾਰ ਜ਼ਰੂਰ ਕੋਈ ਨਾ ਕੋਈ ਹਿਲਜੁਲ ਕਰੂਗੀ ਕਿਸਾਨਾਂ ਨਾਲ ਗੱਲਬਾਤ ਦੀ ਦਿਸ਼ਾ 'ਚ, ਕਿਉਂਕਿ ਇਹ ਜ਼ਰੂਰੀ ਬੜਾ ਹੈ ਔਰ ਅਸੀਂ ਸਾਰੇ ਚਾਹੁੰਦੇ ਹਾਂ ਵੀ ਇਹ ਰੇੜਕਾ ਕਿਸੇ ਨਾ ਕਿਸੇ ਤਰੀਕੇ ਨਿਬੜੇ। ਔਰ ਅਗਰ ਇਹ ਮੀਟਿੰਗ ਨਹੀਂ ਹੋਈ ਤਾਂ ਕਿਸਾਨ ਆਗੂ ਉਹਦੀ ਵੀ ਜ਼ਰੂਰ ਸਫਾਈ ਦੇ ਦੇਣ ਕਿ ਇਹ ਮੀਟਿੰਗ ਨਹੀਂ ਹੋਈ। ਤੇ ਉਧਰ ਪ੍ਰਗਟ ਸਿੰਘ ਨੇ ਪ੍ਰੈਸ ਕਾਨਫਰੰਸ ਕਰਦਿਆਂ ਬੀਤੇ ਦਿਨੀ ਇਲਜ਼ਾਮ ਲਾਏ ਸੀ ਕਿ ਉਹਨਾਂ ਨੂੰ ਫੋਨ ਦੇ ਉੱਤੇ ਧਮਕੀ ਨੂੰ ਗੱਲ ਕੀਤੀ ਗਈ ਹੈ ਉਹਨਾਂ ਦੇ ਨਾਲ ਕਿ ਉਹਨਾਂ ਦੇ ਖਿਲਾਫ ਇਨਕੁਆਇਰੀ ਖੋਲ੍ਹੀ ਜਾ ਸਕਦੀ ਹੈ। ਤੇ ਫੋਨ ਕਿਸ ਦਾ ਸੀ, ਇਸ ਦੇ ਬਾਰੇ ਉਹਨਾਂ ਜ਼ਿਕਰ ਕਰਦਿਆਂ ਸੰਦੀਪ ਸੰਧੂ ਦਾ ਨਾਮ ਲਿਆ ਸੀ। ਕੈਪਟਨ ਸੰਦੀਪ ਸੰਧੂ ਨੇ ਪ੍ਰਗਟ ਸਿੰਘ ਵਾਲੇ ਮਸਲੇ ਦੇ ਉੱਤੇ ਆਪਣੀ ਚੁੱਪੀ ਤੋੜੀ ਹੈ। ਇਸ ਮਸਲੇ ਦੇ ਉੱਤੇ ਉਹਨਾਂ ਆਪਣਾ ਪ੍ਰਤੀਕਰਮ ਦਿੱਤਾ ਕਿ ਕੁਝ ਸੰਦੀਪ ਸੰਧੂ ਨੇ ਕਿਹਾ ਉਹ ਸੁਣਾਂਗੇ। ਵੀ ਬਹੁਤ ਵੱਡੀ ਗੱਲ ਰਹੀ ਸੀ ਕਿ ਕੈਪਟਨ ਸਿਆਸੀ ਸਲਾਹਕਾਰ ਦੇ ਵਜੋਂ ਨਿਯੁਕਤ ਨੇ। ਪ੍ਰਗਟ ਸਿੰਘ ਉਹਨਾਂ ਦੇ ਮਾਮਲੇ 'ਚ ਕੀ ਕਹਿਣਾ ਚਾਹੋਗੇ? ਕੋਈ ਧਮਕੀ ਭਰਿਆ ਫੋਨ ਦੇਖੋ, ਤੁਸੀਂ ਮੈਨੂੰ ਇੰਨੇ ਸਾਲਾਂ ਤੋਂ ਜਾਣਦੇ ਹੋ, ਇਸ ਤੋਂ ਬਾਅਦ ਮੈਂ ਇਸ ਗੱਲ ਤੇ ਹੋਰ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ। ਤੁਸੀਂ ਬੋਲ ਰਹੇ ਨੇ, ਦੇਖੋ, ਮੇਰੀ ਬੇਨਤੀ ਹੈ, ਕੌਣ ਝੂਠ ਬੋਲ ਰਿਹਾ, ਕੌਣ ਸੱਚ ਬੋਲ ਰਿਹਾ ਹੈਗਾ, ਇਸ ਬਾਰੇ ਅੱਜ ਦਾ ਜਿਹੜਾ ਮੇਰਾ ਮਕਸਦ ਸੀ ਆਉਣ ਦਾ ਉਹ ਆ ਸੀਗਾ ਕਿ ਇਹਨਾਂ ਦੀ ਜਿਹੜੀ ਗੱਲਬਾਤ ਆ ਉਹ ਆ ਕੇ ਸੁਣਾ। ਇਹ ਜਿਹੜਾ ਕਿਤੇ ਗੱਲਬਾਤ ਤੁਸੀਂ ਕਰਨੀ ਹੋਈ ਜਦੋਂ ਆਪਾਂ ਇਸ 'ਚੋਂ ਮੈਂ ਫਾਰਗ ਹੋ ਗਿਆ, ਕਾਂਗਰਸ 'ਚ ਮਚਿਆ ਹੋਇਆ ਲੱਗਦਾ ਇਹ ਸੁਲਝੂਗਾ? ਬਿਲਕੁਲ ਸੁਲਝੂਗਾ ਜੀ। ਜੇ ਕਿਸੇ ਕਿਸਮ ਦੀਆਂ ਕੋਈ ਨਾਰਾਜ਼ਗੀ, ਲਾਡੀ ਸਾਹਿਬ ਦੀ ਨਾਰਾਜ਼ਗੀ ਆ, ਕਿਸੇ ਦੀ ਵੀ ਨਾਰਾਜ਼ਗੀ ਆ, ਸਾਰੀਆਂ ਸੁਲਝਾਈਆਂ ਜਾਣਗੀਆਂ। ਬਿਲਕੁਲ। ਉਧਰ ਕਾਂਗਰਸ ਦੇ ਆਪਸੀ ਕਾਟੋ ਕਲੇਸ਼ ਦੇ ਵਿਚਕਾਰ ਇੱਕ ਹੋਰ ਸੁਰ ਨਵੀਂ ਉੱਠੀ ਹੈ। ਇਹ ਸੁਰ ਨਾ ਹੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਉੱਠੀ ਹੈ ਤਾਂ ਨਾ ਹੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ। ਇਹ ਸੁਰ ਹੈ ਹੁਣ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ। ਜੀ ਹਾਂ, ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਬਠਿੰਡਾ ਦਿਹਾਤੀ ਤੋਂ ਚੋਣ ਲੜ ਚੁੱਕੇ
ਕਾਂਗਰਸ ਦੇ ਪੁਰਾਣੇ ਆਗੂ ਖੜੇ ਹੋਏ ਨੇ। ਇਹਨਾਂ ਨੇ ਗੰਭੀਰ ਇਲਜ਼ਾਮ ਮਨਪ੍ਰੀਤ ਸਿੰਘ ਬਾਦਲ ਦੇ ਉੱਤੇ ਲਾਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ, ਦਖਲਅੰਦਾਜ਼ੀ ਉਹਨਾਂ ਦੇ ਕੰਮ ਦੇ ਵਿੱਚ ਕੀਤੀ ਜਾ ਰਹੀ ਹੈ। ਬਠਿੰਡਾ ਦਿਹਾਤੀ ਦੇ ਉਮੀਦਵਾਰ ਰਹਿ ਚੁੱਕੇ ਨੇ ਹਰਵਿੰਦਰ ਸਿੰਘ ਲਾਡੀ, ਜਿਨ੍ਹਾਂ ਦੇ ਵੱਲੋਂ ਇਹ ਇਲਜ਼ਾਮਾਂ ਦੀ ਝੜੀ ਲਾਈ ਗਈ ਹੈ। ਔਰ ਅੱਜ ਅਸੀਂ ਮੰਗ ਪੱਤਰ ਲੈ ਕੇ ਸੀਐਮ ਸਾਹਿਬ ਵਾਸਤੇ ਔਰ ਸੁਨੀਲ ਜਾਖੜ ਜੀ ਲਈ, ਰਾਜਾ ਵੜਿੰਗ ਜੀ ਉੱਥੋਂ 2019 ਦੇ ਵਿੱਚ ਲੋਕ ਸਭਾ ਦੀ ਚੋਣ ਲੜੇ ਆ, ਤੇ ਹਰੀਸ਼ ਰਾਵਤ ਜੀ ਲਈ ਅਸੀਂ ਮੰਗ ਪੱਤਰ ਲੈ ਕੇ ਆਏ ਸੀ। ਔਰ ਮੇਰੇ ਨਾਲ ਹਲਕੇ ਦੇ ਸਾਡੇ ਮਾਰਕ ਕਮੇਟੀਆਂ ਦੇ ਚੇਅਰਮੈਨ, ਬਲਾਕ ਸੰਮਤੀਆਂ ਦੇ ਚੇਅਰਮੈਨ, ਨਗਰ ਕੌਂਸਲਾਂ ਦੇ ਪ੍ਰਧਾਨ, ਸਾਰੇ ਸਰਪੰਚ ਯੂਨੀਅਨ ਦੇ ਪ੍ਰਧਾਨ, ਸਰਪੰਚ ਸਾਹਿਬਾਨ, ਐਮਸੀ ਸਾਹਿਬਾਨ, ਸਾਰੇ ਅਸੀਂ ਅੱਜ ਆਏ ਹਾਂ। ਔਰ ਅਸੀਂ ਆਪਣੀ ਅੱਜ ਮੰਗ ਪੱਤਰ ਦੇ ਕੇ ਆਏ ਹਾਂ ਐਮਪੀ ਸਿੰਘ ਜੀ ਨੂੰ। ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈਗਾ, ਕਿਉਂਕਿ ਮੇਰੇ ਹਲਕੇ ਦੇ ਵਿੱਚ ਬਹੁਤ ਵੱਡੀ ਇੰਡਸਟਰੀ ਆ ਔਰ ਉਹਦਾ ਕਰਕੇ ਮਨਪ੍ਰੀਤ ਬਾਦਲ ਦੀ ਤੇ ਉਹਨਾਂ ਦੇ ਪਰਿਵਾਰ ਦੀ ਬੇਲੋੜੀ ਦਖਲਅੰਦਾਜ਼ੀ ਆ। ਕੋਈ ਲਾਲਚ ਦੇ ਬਸ ਉਹ ਆਪਦੇ ਉੱਥੇ ਉਹਨਾਂ ਨੇ ਅਫਸਰ ਲਾਏ ਹੋਏ ਆ, ਆਪਣੇ ਪੁਲਿਸ ਅਧਿਕਾਰੀ ਲਾਏ ਹੋਏ, ਉਹਨਾਂ ਨੇ ਜ਼ਿਲ੍ਹੇ ਵਿੱਚ ਵੀ ਇਸ ਤਰ੍ਹਾਂ ਹੀ ਲਾਏ ਹੋਏ ਆ। ਜਿਹੜਾ ਕੋਈ ਉਹਨਾਂ ਦਾ ਕੰਮ ਨਹੀਂ ਕਰਦਾ ਉਹਨੂੰ ਬਦਲ ਦਿੰਦੇ ਆ ਔਰ ਵਰਕਰਾਂ ਦੇ ਉੱਤੇ ਤਸ਼ੱਦਦ ਹੋ ਰਿਹਾ, ਕਿਉਂਕਿ ਮੇਰਾ ਜਿਹੜਾ ਹਲਕਾ ਗਾ ਇਹ ਲੰਬੀ ਦੇ ਬਿਲਕੁਲ ਨਾਲ ਲੱਗ ਹੈਗਾ। ਔਰ ਵਰਕਰਾਂ ਨੇ ਪਹਿਲਾਂ 10 ਸਾਲ ਅਕਾਲੀ ਦਲ ਦਾ ਬਹੁਤ ਜ਼ਿਆਦਾ ਤਸ਼ੱਦਦ ਸਹਿਆ ਗਾ। ਔਰ ਇੱਕ ਰਾਇਕੇ ਕਲਾਂ ਪਿੰਡ ਆ ਸਾਡਾ, ਕੱਲੇ ਰਾਇਕੇ ਕਲਾਂ ਪਿੰਡ ਦੇ ਵਿੱਚ 42 ਬੰਦਿਆਂ ਦੇ ਉੱਤੇ ਅਕਾਲੀ ਸਰਕਾਰ ਵੇਲੇ 307 ਦੇ ਪਰਚੇ ਦਰਜ ਹੋਏ ਸੀ ਔਰ ਲੇਡੀਜ਼ ਵੀ ਉੱਥੇ ਜੇਲ੍ਹ ਕੱਟ ਕੇ ਆਈਆਂ ਸੀ। ਔਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਮਨਪ੍ਰੀਤ ਬਾਦਲ ਨੇ ਵੀ ਸਾਡੇ ਹਲਕੇ ਦੀ ਉਹ ਦਸ਼ਾ ਕਰ ਰੱਖੀ ਆ। ਉੱਥੇ ਇਹਨੇ ਅਕਾਲੀਆਂ ਦੇ ਕੰਮ ਕਰਦਾ, ਅਕਾਲੀਆਂ ਨੂੰ ਮੂਹਰੇ ਲਾਇਆ ਹੋਇਆ ਔਰ ਸਾਡੇ ਵਰਕਰ ਉੱਥੇ ਜਲੀਲ ਹੁੰਦੇ ਆ। ਇਹ ਅਸੀਂ ਲੈ ਕੇ ਅੱਜ ਸੀਐਮ ਸਾਹਿਬ ਕੋਲੇ ਆਏ ਸੀ ਔਰ ਸਾਨੂੰ ਵਿਸ਼ਵਾਸ ਦਿਵਾਇਆਗਾ ਵੀ ਇੱਕ ਹਫ਼ਤੇ ਦੇ ਵਿੱਚ ਸਾਡਾ ਇਹ ਮਸਲਾ ਸਾਰਾ ਸੋਲਵ ਕਰ ਦੇਣਗੇ। ਮੇਰੇ ਫਾਦਰ 1985 ਦੇ ਵਿੱਚ ਮੇਰੇ ਫਾਦਰ ਤੇ ਸੀਐਮ ਸਾਹਿਬ ਇਹ ਇਕੱਠੇ ਐਮਐਲਏ ਵੀ ਰਹੇ ਨੇ ਔਰ ਸਾਡਾ 1980 ਤੋਂ ਸੀਐਮ ਸਾਹਿਬ ਦਾ ਸਾਡੇ ਘਰੇ ਆਉਣ ਜਾਣਾ। ਮੈਂ ਤਾਂ ਉਦੋਂ ਬਹੁਤ ਛੋਟਾ ਹੁੰਦਾ ਸੀਗਾ। ਸਾਡਾ ਇੱਕ ਪਰਿਵਾਰਕ ਲਿੰਕ ਵੀ ਹੈ ਸੀਐਮ ਸਾਹਿਬ ਦੇ ਨਾਲ ਔਰ ਮੈਨੂੰ ਸੀਐਮ ਸਾਹਿਬ ਤੇ ਪੂਰਾ ਭਰੋਸਾ ਹੈਗਾ ਕਿ ਇਹ ਮਸਲੇ ਨੂੰ ਉਹ ਬਹੁਤ ਜਲਦੀ ਹੱਲ ਕਰ ਦੇਣ। ਉਧਰ ਹਰਵਿੰਦਰ ਸਿੰਘ ਲਾਡੀ ਦੇ ਵੱਲੋਂ ਹੀ ਬੀਤੇ ਦਿਨਾਂ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਦੇ ਬਾਹਰ ਜਾ ਕੇ ਪ੍ਰਦਰਸ਼ਨ ਕੀਤਾ ਗਿਆ, ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਅਤੇ OSD ਸਲਾਹਕਾਰ, ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਸਿਆਸੀ ਸਲਾਹਕਾਰ ਦੇ ਵਜੋਂ ਨਿਯੁਕਤ ਨੇ ਸੰਦੀਪ ਸੰਧੂ, ਉਹਨਾਂ ਦਾ ਮੰਗ ਪੱਤਰ ਲਿਆ ਹੈ ਕਿ ਕੁਝ ਉਸ ਮੰਗ ਪੱਤਰ ਦੇ ਦਰਮਿਆਨ ਸੰਦੀਪ ਸੰਧੂ ਨੇ ਕਿਹਾ, ਉਹ ਸੁਣਦੇ ਹਾਂ। ਲਾਡੀ ਜੀ ਸਾਡੇ ਬੜੇ ਸਤਿਕਾਰਯੋਗ ਹੈਗੇ ਆ। ਇਹਨਾਂ ਦੇ ਪਰਿਵਾਰ ਵੀ ਸਿਆਸੀ ਤੌਰ ਤੇ ਬੜੇ ਸਰਗਰਮ ਰਹੇ ਆ ਬਠਿੰਡੇ ਹਲਕੇ 'ਚ। ਮੈਨੂੰ ਤਾਂ ਅੱਜ ਹੁਕਮ ਹੋਇਆ ਸੀਗਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜਾਖੜ ਸਾਹਿਬ ਵੱਲੋਂ ਵੀ ਲਾਡੀ ਸਾਹਿਬ ਨੂੰ ਮੈਮੋਰੈਂਡਮ ਦੇਣਾ ਚਾਹੁੰਦੇ ਆ। ਇਹ ਮੰਗ ਪੱਤਰ ਆ ਗਿਆ ਹੈਗਾ, ਇਹ ਮੈਂ ਜਾਖੜ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਵਾਂਗਾ ਔਰ ਜੋ ਵੀ ਇਹਨਾਂ ਦੀ ਕੋਈ ਹੈ ਨਾਰਾਜ਼ਗੀ ਜਾਂ ਕੋਈ ਜੋ ਇਹ ਸੋਚ ਰੱਖਦੇ ਆ ਉਹ ਸੀਐਮ ਸਾਹਿਬ ਤੱਕ ਪਹੁੰਚਾਈ ਜਾਊਗੀ ਤੇ ਜਾਖੜ ਸਾਹਿਬ ਤੱਕ ਪਹੁੰਚਾਈ ਜਾਊਗੀ। ਜਦੋਂ ਵੀ ਇਸ ਕਿਸਮ ਦੀ ਕੋਈ ਗੱਲਬਾਤ ਹੁੰਦੀ ਹੈ ਤਾਂ ਜਿਹੜਾ ਸਾਡਾ ਰੋਲ ਹੁੰਦਾ ਜਾਂ ਮੇਰੀ ਜਿਹੜੀ ਡਿਊਟੀ ਹੁੰਦੀ ਹੈ ਉਹ ਫਰਜ਼ ਇਹ ਹੁੰਦਾ ਕਿ ਜੇ ਇਸ ਕਿਸਮ ਦੀ ਨਾਰਾਜ਼ਗੀ ਜਾਂ ਮਤਭੇਦ ਕਿਸੇ ਲੈਵਲ ਤੇ ਆਏ ਵੀ ਹੈ ਉਹ ਮੁੱਖ ਮੰਤਰੀ ਸਾਹਿਬ ਤੱਕ ਔਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਤੱਕ ਪਹੁੰਚਾਏ ਜਾਣਗੇ। ਸੋ ਜਿਹੜੀਆਂ ਵੀ ਗੱਲਾਂ ਇਹਨਾਂ ਨੇ ਇਸ ਮੰਗ ਪੱਤਰ 'ਚ ਆਖੀਆਂ ਸਾਹਿਬ, ਇਹ ਮੰਗ ਪੱਤਰ ਵੀ ਉੱਥੇ ਉਹਨਾਂ ਕੋਲ ਪਹੁੰਚੂਗਾ ਔਰ ਜਿਸ ਤਰੀਕੇ ਨਾਲ ਤੁਸੀਂ ਗੱਲਬਾਤ ਇਹਨਾਂ ਨੇ ਤੁਹਾਡੇ ਨਾਲ ਕੀਤੀ ਹੈ ਤੇ ਤੁਸੀਂ ਮੈਨੂੰ ਸਵਾਲ ਪੁੱਛ ਰਹੇ ਹੋ, ਇਹਨਾਂ ਸਾਰਿਆਂ ਦਾ ਲੇਖਾ ਜੋਖਾ ਵੀ ਉੱਥੇ ਦਿੱਤਾ ਜਾਊਗਾ। ਤੇ ਪੰਜਾਬ ਦੇ ਵਿੱਚ ਘਰੇਲੂ ਬਿਜਲੀ ਸਸਤੀ ਹੋਈ ਹੈ। ਘਰੇਲੂ ਬਿਜਲੀ 1 ਰੁਪਏ ਦੇ ਕਰੀਬ ਸਸਤੀ ਕਰ ਦਿੱਤੀ ਗਈ ਹੈ, ਪਰ ਇਸ ਦੇ ਵਿੱਚ ਵੀ ਸ਼ਰਤਾਂ ਨੇ। ਜੀ ਹਾਂ, ਇਹ ਬਿਜਲੀ ਜੋ ਸਸਤੀ ਘਰੇਲੂ ਹੋਈ ਹੈ ਉਹ ਸਿਰਫ 100 ਯੂਨਿਟਾਂ ਤੱਕ 1 ਰੁਪਿਆ ਸਸਤੀ ਮਿਲੇਗੀ। ਜੇਕਰ 100 ਤੋਂ ਯੂਨਿਟ ਉੱਤੇ ਖਰਚ ਹੁੰਦੀ ਹੈ, ਭਾਵ ਕਿ ਜੇਕਰ 101 ਯੂਨਿਟ ਵੀ ਖਰਚ ਹੁੰਦੀ ਹੈ ਤਾਂ ਤੁਹਾਨੂੰ 1 ਰੁਪਿਆ ਘੱਟ ਨਹੀਂ ਮਿਲੇਗਾ, ਤੁਹਾਨੂੰ 300 ਵਾਲੀ ਯੂਨਿਟ ਦੇ ਵਿੱਚ ਰੱਖਿਆ ਜਾਏਗਾ, ਭਾਵ ਕਿ ਤੁਹਾਡੇ 25 ਪੈਸੇ ਤੋਂ 75 ਪੈਸੇ ਤੱਕ ਜਿਹੜੇ ਘਟਾਏ ਜਾ ਸਕਦੇ ਨੇ। ਇਹ ਜਿਹੜੀ ਕ੍ਰਾਈਟੇਰੀਆ ਹੈ 300 ਯੂਨਿਟ ਤੱਕ ਰੱਖਿਆ ਜਾਣਾ ਹੈ ਤੇ ਇਸ ਦੇ ਨਾਲ ਹੀ ਹੈਵੀ ਮੀਟਰਾਂ ਦੇ ਉੱਤੇ ਨਹੀਂ ਲਾਗੂ ਹੋਏਗੀ, ਇਹ ਵੀ ਸਾਫ਼ ਹੋ ਚੁੱਕਿਆ। ਤੇ ਨਾਲ ਹੀ ਇਸ ਸਾਰੀ ਗੱਲਬਾਤ ਤੋਂ ਬਾਅਦ ਪੰਜਾਬ ਦੀ ਸਿਆਸਤ ਪੱਖੀ ਹੈ, ਇਸ ਨੂੰ ਲੈ ਕੇ ਅਕਾਲੀ ਦਲ ਦਾ ਵੱਖਰਾ ਪ੍ਰਤੀਕਰਮ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਸਿਆਸਤ ਹੋ ਰਹੀ ਹੈ, ਰਾਹਤ ਨਹੀਂ ਮਿਲੀ ਹੈ। ਰਾਹਤ ਜੇਕਰ ਹੁੰਦੀ ਤਾਂ ਵੱਡੀ ਰਾਹਤ ਹੋਣੀ ਚਾਹੀਦੀ ਸੀ, ਕਿ ਕੁਝ ਅਕਾਲੀ ਦਲ ਦੇ ਚਰਨਜੀਤ ਬਰਾੜ ਕਹਿ ਰਹੇ ਨੇ, ਉਹ ਸੁਣਦੇ ਹਾਂ। ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਪਹਿਲਾਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਚੁੱਕੀ ਸੀ ਔਰ ਚੋਣ ਮੈਨੀਫੈਸਟੋ ਦੇ ਵਿੱਚ ਲਿਖਿਆ ਸੀ ਕਿ ਮੈਂ 5 ਰੁਪਏ ਪ੍ਰਤੀ ਯੂਨਿਟ ਜਿਹੜੀ ਆ ਉਹ ਪੰਜਾਬ ਦੇ ਵਿੱਚ ਬਿਜਲੀ ਦੇਵਾਂਗਾ। ਅੱਜ ਜਦੋਂ ਰੇਟ ਦੇਖਦੇ ਆ ਜਿਹੜੇ 2020-21 ਦੇ ਪਾਸ ਹੋਏ ਸੀ, 8 ਰੁਪਏ 9 ਰੁਪਏ 10 ਰੁਪਏ ਇਸ ਤਰ੍ਹਾਂ ਇਹਨਾਂ ਨੇ ਸਲੈਬਾਂ ਦੇ ਵਿੱਚ ਰੇਟ ਜਿਹੜੇ ਆ ਉਹ ਤੈਅ ਕੀਤੇ ਆ, ਕੋਈ 4-5 ਵੀ ਕੀਤੇ ਆ। ਪਰ ਉਹਦੇ ਉੱਤੇ ਅੱਗੇ ਕੀ ਹੈ, ਦਾੜੀ ਨਾਲੋਂ ਮੁੱਛਾਂ ਕਿਵੇਂ ਵਧਾਈਆਂ, ਕਿਤੇ 22-25% ਡਿਊਟੀ ਹੈ,
ਕਿਤੇ ਕਾਓ ਸੈਸ ਹੈ, ਕਿਤੇ ਪਤਾ ਨਹੀਂ ਹੋਰ ਕਿਹੜੇ ਕਰੋਨਾ ਸੈਸ ਹੈਗਾ, ਜਾਂ ਕੋਈ ਹੋਰ ਕਿਹੜੇ ਪਤਾ ਨਹੀਂ ਟੈਕਸ ਜਿਹੜੇ ਆ ਇਹਨਾਂ ਨੇ ਲਾ ਰੱਖੇ ਆ। ਔਰ ਅੱਜ ਜਦੋਂ ਬਿਜਲੀ ਦਾ ਹਿਸਾਬ ਕਰਦਾ ਕੋਈ ਵੀ, ਬਿਜਲੀ ਦਾ ਜਦੋਂ ਬਿੱਲ ਵੇਖਦਾ ਹੈ, 10 ਰੁਪਏ 11 ਰੁਪਏ 12 ਰੁਪਏ 13 ਰੁਪਏ ਤੋਂ ਘੱਟ ਯੂਨਿਟ ਜਿਹੜਾ ਉਹ ਨਹੀਂ ਕੋਈ ਪੈਂਦਾ। ਤੇ ਅੱਜ ਦਾ ਜਿਹੜਾ ਰੇਟ ਘਟਾਉਣਾ, ਜਿਹੜਾ 300 ਯੂਨਿਟ 100 ਯੂਨਿਟ ਤੋਂ ਥੱਲੇ 1 ਰੁਪਏ ਜਾਂ 300 ਯੂਨਿਟ ਤੋਂ 50 ਪੈਸੇ, ਇਹ ਮੈਂ ਸਮਝਦਾ ਕਿ ਊਠ ਦੇ ਉੱਤੋਂ ਛਾਲਣੀ ਲਾਉਣ ਜਿੰਨਾ ਬੋਝ ਜਿਹੜਾ ਹਲਕਾ ਕਰਨ ਦੀ ਕੋਸ਼ਿਸ਼ ਕੀਤੀ ਆ। ਔਰ ਦੂਸਰੇ ਪਾਸੇ ਭਾਵੇਂ ਕਿਸਾਨ ਤੋਂ ਬਿੱਲ ਨਹੀਂ ਲਿਆ ਜਾਂਦਾ, ਪਰ ਜਿਹੜੀ ਕਿਸਾਨਾਂ ਨੂੰ ਸਬਸਿਡੀ ਵਾਲੀ ਬਿਜਲੀ ਆ, ਖੇਤੀ ਦੀ ਬਿਜਲੀ ਆ, ਉਹ ਉਲਟਾ ਮਹਿੰਗੀ ਕਰਤੀ। ਹੁਣ ਇਹਦਾ ਗਣਿਤ ਤਾਂ ਮੇਰਾ ਖਿਆਲ ਹੈ ਕਿ ਬਿਜਲੀ ਬੋਰਡ ਦੇ ਵਿੱਚ ਬੈਠੇ ਲੋਕ ਜਾਂ ਕੋਈ ਅਰਥ ਸ਼ਾਸਤਰੀ ਦੱਸ ਸਕਦੇ ਆ ਕਿ ਇਹ ਖੇਤੀਬਾੜੀ ਤੇ ਕਿਉਂ ਵਧਾਇਆ ਤੇ ਜਿਹੜਾ ਕਿਸਾਨਾਂ ਦਾ ਜਿਹੜਾ ਸਧਾਰਨ ਹੈ ਉਹ ਥੋੜਾ ਬਹੁਤਾ ਘਟਾਇਆ। ਪਰ ਇਹਦੇ ਨਾਲ ਬੋਝ ਘਟਣਾ ਨਹੀਂ। ਕੈਪਟਨ ਅਮਰਿੰਦਰ ਸਿੰਘ ਸਿਰਫ ਸੁਰਖੀਆਂ ਬਟੋਰਨਾ ਚਾਹੁੰਦੇ ਆ। ਸਾਡੇ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਿਸ ਤਰ੍ਹਾਂ ਐਲਾਨ ਕੀਤਾ ਕਿ ਜਦੋਂ ਸਾਡੀ ਸਰਕਾਰ ਆ ਗਈ, ਅਸੀਂ ਪਹਿਲੇ ਰੇਟ ਜੋ ਸਾਡੀ ਸਰਕਾਰ ਵੇਲੇ ਸੀ 5.5 ਰੁਪਏ, ਉਹਨਾਂ ਰੇਟਾਂ ਦੇ ਉੱਤੇ ਬਿਜਲੀ ਨੂੰ ਲੈ ਕੇ ਆਉਣਾ। ਜੇ ਕੈਪਟਨ ਸਾਹਿਬ ਕਰਨਾ ਚਾਹੁੰਦੇ ਆ ਤਾਂ ਉਹ ਰੇਟ ਕਰਨ। ਉਧਰ ਆਮ ਆਦਮੀ ਪਾਰਟੀ ਨੇ ਵੀ ਇਸ ਨੂੰ ਦਿੱਲੀ ਮਾਡਲ ਦੇ ਨਾਲ ਜੋੜ ਕੇ ਵੇਖਿਆ। ਉਹਨਾਂ ਦਾ ਕਹਿਣਾ ਕਿ ਦਿੱਲੀ ਦੇ ਵਿੱਚ ਬਿਜਲੀ ਮੁਫਤ ਹੈ ਤੇ ਪੰਜਾਬ ਦੇ ਵਿੱਚ ਅਸੀਂ ਪਿਛਲੇ 4 ਸਾਲਾਂ ਤੋਂ ਰੌਲਾ ਪਾ ਰਹੇ ਹਾਂ ਕਿ ਜੇਕਰ ਦਿੱਲੀ ਮੁਫਤ ਬਿਜਲੀ ਦੇ ਸਕਦਾ ਤਾਂ ਪੰਜਾਬ 'ਚ ਸਸਤੀ ਬਿਜਲੀ ਕਿਉਂ ਨਹੀਂ ਮਿਲ ਸਕਦੀ। ਇਲੈਕਸ਼ਨਾਂ ਦਾ ਸੇਕ ਆਉਣ ਲੱਗਿਆ ਤੇ ਕੈਪਟਨ ਸਰਕਾਰ ਨੇ ਮਾੜਾ ਮੋਟਾ ਰੇਟ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਤਾਂ ਭਾਵੇਂ 5 ਸਾਲ ਰੌਲਾ ਪਾਈ ਗਏ ਆ ਵੀ ਜੇ ਅਰਵਿੰਦ ਕੇਜਰੀਵਾਲ ਫ੍ਰੀ ਬਿਜਲੀ ਦੇ ਸਕਦੇ ਆ ਤੇ ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ। ਜਿਹੜੀ ਲੁੱਟ ਬਾਦਲਾਂ ਨੇ ਪਾ ਕੇ ਰੱਖੀ ਸੀ ਮਹਿੰਗੇ ਬਿਜਲੀ ਸਮਝੌਤੇ ਕਰਕੇ, ਉਹਨੂੰ ਲਾਗੂ ਉਸੇ ਤਰ੍ਹਾਂ ਕਿਉਂ ਕੀਤਾ ਜਾ ਰਿਹਾ। ਤੇ ਇਹਨਾਂ ਨੂੰ ਪੁੱਛਣਾ ਚਾਹੀਦਾ, ਪਿਛਲੇ ਸਾਲ 28 ਮਈ ਨੂੰ ਹੀ, ਅੱਜ ਜਦੋਂ ਤੁਸੀਂ ਘੱਟ ਕੀਤੇ ਆ, ਇਸੇ ਸਾਲ ਹੀ ਤੁਸੀਂ 10 ਰੁਪਏ ਕਿਲੋਵਾਟ ਦੇ ਵਧਾਏ ਸੀ ਪਿਛਲੇ ਸਾਲ। ਤੇ ਕਿੰਨੇ ਵਾਰੀ ਤੁਸੀਂ 4.5 ਸਾਲਾਂ 'ਚ ਰੇਟ ਵਧਾ ਸਕੇ ਹੋ। ਤੇ ਹੁਣ ਤੁਸੀਂ ਇਹ ਸਮਝਦੇ ਹੋ ਵੀ ਜਿਵੇਂ ਜਵਾਕਾਂ ਨੂੰ ਇੱਕ ਜੇਬ 'ਚੋਂ ਕੱਢ ਕੇ ਦੂਜੀ ਜੇਬ 'ਚ ਪਾ ਕੇ ਜਵਾਕ ਖੁਸ਼ ਹੋ ਜੂ। ਹੁਣ ਪੰਜਾਬ ਦੇ ਲੋਕ ਬਹੁਤ ਸਿਆਣੇ ਹੋ ਗਏ ਕੈਪਟਨ ਸਾਹਿਬ। ਉਧਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਕੇ ਕਰੋਨਾ ਮਰੀਜ਼ਾਂ ਦੇ ਲਈ ਕਈ ਵੱਡੇ ਕੰਮ ਕੀਤੇ ਜਾ ਰਹੇ ਨੇ, ਕਈ ਵੱਡੇ ਪ੍ਰਬੰਧ ਕੀਤੇ ਜਾ ਰਹੇ ਨੇ। ਇਸੇ ਕੜੀ ਦੇ ਤਹਿਤ ਜਲਾਲਾਬਾਦ ਦੇ ਵਿੱਚ ਪਹੁੰਚੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਕ ਹਸਪਤਾਲ ਦਾ ਸ਼ੁਰੂਆਤ ਕੀਤੀ ਗਈ ਹੈ। 100 ਬੈੱਡਾਂ ਦਾ ਹਸਪਤਾਲ ਹੈ ਜਿਸ ਦੇ ਵਿੱਚ ਕਰੋਨਾ ਮਰੀਜ਼ਾਂ ਨੂੰ ਰੱਖਿਆ ਜਾ ਸਕੇਗਾ। ਇਸ ਦਰਮਿਆਨ ਉਹਨਾਂ ਕਈ ਵਿਸ਼ੇਸ਼ ਗੱਲਾਂ ਬਾਤਾਂ ਵੀ ਕੀਤੀਆਂ ਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰੀ ਹਸਪਤਾਲਾਂ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਹੈ। ਮੈਂ ਜਲਾਲਾਬਾਦ ਦੇ ਵੀ ਨੰਬਰ ਅਸੀਂ ਦੇਵਾਂਗੇ, ਟੈਲੀਫੋਨ ਨੰਬਰ, ਜਿੱਥੇ ਜਲਾਲਾਬਾਦ ਦੀ ਸੰਗਤ ਜਿਸ ਨੂੰ ਆਕਸੀਜਨ ਦੀ ਲੋੜ ਹੈ ਉਹ ਉੱਥੇ ਨੰਬਰ ਤੇ ਟੈਲੀਫੋਨ ਕਰੇ। ਅੱਧੇ ਘੰਟੇ 'ਚ ਤੁਹਾਡੇ ਘਰੇ ਉਹ ਮਸ਼ੀਨਾਂ ਆ ਜਾਣਗੀਆਂ ਜਿਹਦੇ ਨਾਲ ਤੁਹਾਡੀ ਸੇਵਾ ਸ਼ੁਰੂ ਆਪਣੇ ਆਕਸੀਜਨ ਲੱਗ ਜਾਣਗੀਆਂ, ਜਾਨਾਂ ਬਚ ਸਕਦੀਆਂ। ਉਵੇਂ ਫਾਜ਼ਿਲਕਾ ਦਾ ਵੀ ਮੈਂ ਨੰਬਰ ਦਿੱਤੇ ਸੀ ਤੇ ਫਾਜ਼ਿਲਕਾ ਵੀ ਕੰਮ ਸ਼ੁਰੂ ਹੋ ਗਿਆ। ਮੈਂ ਧੰਨਵਾਦੀ ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਦਾ ਤੇ ਕਈ ਸੰਸਥਾ ਦਾ ਜਿਨ੍ਹਾਂ ਨੇ ਇਸ ਮੁਹਿੰਮ ਵਿੱਚ ਸਾਡਾ ਬੜਾ ਸਾਥ ਦਿੱਤਾ। ਮੈਂ ਅਪੀਲ ਵੀ ਕਰਦਾ ਹੱਥ ਜੋੜ ਕੇ, ਸਾਨੂੰ ਆਕਸੀਜਨ ਕਨਸੈਂਟਰੇਟਰਾਂ ਦੀ ਕਾਫੀ ਲੋੜ ਹੈ ਪੰਜਾਬ 'ਚ। ਅਸੀਂ ਚਾਹੁੰਦੇ ਹਾਂ 117 ਤੇ 117 ਹਲਕਿਆਂ 'ਚ ਅਸੀਂ ਆਕਸੀਜਨ ਕਨਸੈਂਟਰੇਟਰ ਦੀ ਸਰਵਿਸ ਘਰ ਘਰ ਆਕਸੀਜਨ ਦੀ ਸੇਵਾ ਸ਼ੁਰੂ ਕਰੀਏ। ਸਰਕਾਰੀ ਹਸਪਤਾਲਾਂ ਦਾ ਭਰੋਸਾ ਤਾਂ ਉਤਰਿਆ ਕਿਉਂਕਿ ਨਾ ਉੱਥੇ ਦਵਾਈ, ਨਾ ਕੋਈ ਦੇਖਭਾਲ, ਨਾ ਰੋਟੀ। ਤੁਸੀਂ ਦੇਖ ਲਓ, ਮੈਂ ਸਰਕਾਰੀ ਹਸਪਤਾਲ 'ਚ ਗਿਆ, ਉੱਥੇ ਦੇਖਿਆ ਨਾ ਲੰਚ ਆਉਂਦਾ, ਕੋਈ ਨਾ ਚਾਹ ਪਿਆਉਂਦੇ ਆ, ਕੁਛ ਹੁੰਦੇ ਮਰੀਜ਼ ਉੱਥੇ ਜਾਂਦੇ ਐਂ ਲੱਗਦਾ ਮਰੀਜ਼ਾਂ ਨੂੰ ਘਬਰਾਹਟ ਹੁੰਦੀ ਹੈ ਕਿ ਸਾਨੂੰ ਪਤਾ ਨਹੀਂ ਕੀ ਅਸੀਂ ਮਰ ਕੇ ਨਿਕਲਾਂਗੇ। SGPC ਦੇ ਸੈਂਟਰਾਂ 'ਚ ਕਿਉਂ ਲੋਕ ਜਾ ਰਹੇ ਹੈ? ਕਿਉਂਕਿ ਉਹਨਾਂ ਨੂੰ ਭਰੋਸਾ ਹੈ ਕਿ ਇੱਥੇ ਅਸੀਂ ਜਾਵਾਂਗੇ, ਸਾਡੀ ਦਵਾਈ ਨਾਲੋਂ ਨਾ ਦੇਖਭਾਲ ਵੀ ਉਨੀ ਜ਼ਰੂਰੀ ਹੈ। ਜੇ ਦੇਖਭਾਲ ਨਾ ਹੋਏ, ਜੇ ਇਕੱਲੀ ਦਵਾਈ ਨਾਲ ਨਹੀਂ, ਦੇਖਭਾਲ ਕਰਨ ਵਾਲੇ ਜਿਨ੍ਹਾਂ ਤੇ ਜਜ਼ਬਾ ਨਾ ਹੋਏ, ਆ ਜਿਹੜੇ ਸਰਕਾਰੀ ਹਸਪਤਾਲਾਂ 'ਚ ਕਿਉਂ ਕੋਈ ਪਰਵਾਹ ਹੀ ਨਹੀਂ ਹੈ, ਬੁਰਾ ਹਾਲ ਹੈ, ਸਫਾਈ ਨਹੀਂ ਹੈ, ਬਿਮਾਰੀਆਂ ਉੱਧਰ ਵੱਧ ਰਹੀਆਂ। ਥੈਂਕ ਯੂ। ਲੁਧਿਆਣੇ ਦੀਆਂ ਚੋਣਾਂ ਦੇ ਵਿੱਚ ਹਰ ਵਾਰ ਇੱਕ ਨਾਮ ਬੜੀਆਂ ਚਰਚਾਵਾਂ ਦੇ ਵਿੱਚ ਰਹਿੰਦਾ। ਹਾਲਾਂਕਿ ਇਹ ਕਦੇ ਜਿੱਤ ਹਾਸਲ ਨਹੀਂ ਕਰ ਸਕੇ, ਪਰ ਇਹ ਚਰਚਾ ਦੇ ਵਿੱਚ ਜ਼ਰੂਰ ਰਹਿੰਦੇ ਨੇ। ਜੀ ਹਾਂ, ਇਹ ਨਾਮ ਹੈ ਟੀਟੂ ਬਾਣੀਆ। ਟੀਟੂ ਬਾਣੀਏ ਦੇ ਵੱਲੋਂ ਵੱਖ-ਵੱਖ ਸਮੇਂ ਦੇ ਉੱਤੇ ਸਰਕਾਰਾਂ ਨੂੰ ਜਗਾਉਣ ਦੇ ਲਈ ਅਨੋਖੇ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤੇ ਜਾਂਦੇ ਨੇ। ਇੱਕ ਵਾਰ ਫਿਰ ਤੋਂ ਲੁਧਿਆਣੇ ਦੇ DC ਦਫ਼ਤਰ ਦੇ ਬਾਹਰ ਇੱਕ ਅਖਾੜਾ ਲਾਇਆ ਗਿਆ ਕਲਾਕਾਰਾਂ ਦੇ ਨਾਲ ਮਿਲ ਕੇ
ਤੇ ਆਪਣਾ ਪ੍ਰਦਰਸ਼ਨ ਜ਼ਾਹਰ ਕੀਤਾ ਗਿਆ। मैं डीसी साहब ਨੂੰ ਬੇਨਤੀ ਕਰਦਾ ਵਾਂ, ਮੈਂ ਕੈਪਟਨ ਸਾਹਿਬ ਨੂੰ ਬੇਨਤੀ ਕਰਦਾ ਵਾਂ ਵੀ ਸਾਡੇ ਕਲਾਕਾਰ ਜਿਹੜੇ ਗਰੀਬ ਨੇ ਉਹ ਮਰ ਰਹੇ ਨੇ ਕਿਰਾ, ਕਿਉਂਕਿ ਕਲਾਕਾਰ ਜਿਹੜੇ ਹੈਗੇ ਆ ਉਹ ਰੂਹ ਦੀ ਖੁਰਾਕ ਹੁੰਦੇ ਨੇ ਕਿਰਾ, ਪਰ ਰੂਹ ਦੀ ਖੁਰਾਕ ਅੱਜ ਹਰੇਕ ਦੁਕਾਨ 3 ਵਜੇ ਤੱਕ ਖੁੱਲੀ ਆ। ਥੋੜੇ ਮੋਟੇ ਲੋਕਾਂ ਦੇ ਕੰਮ ਚੱਲ ਰਹੇ ਨੇ, ਪਰ 1.5 ਸਾਲ ਤੋਂ ਕਲਾਕਾਰ ਬਿਲਕੁਲ ਠੱਪ ਬੈਠਾ ਵਾ। ਸਾਡੀਆਂ ਸਰਕਾਰਾਂ ਅੱਖਾਂ ਤੇ ਕਾਲੀ ਪੱਟੀ ਬੰਨ੍ਹ ਕੇ ਕੰਮ ਕਰ ਰਹੀਆਂ ਨੇ ਕਿਰਾ। ਕਲਾਕਾਰ ਤੋਂ ਬਣੇ ਭਗਵੰਤ ਮਾਨ MP ਨੂੰ ਵੀ ਕਲਾਕਾਰ ਦੀ ਕੋਈ ਸਾਰ ਨਹੀਂ ਲਿੱਤੀ, ਉਹਨੇ ਆਵਾਜ਼ ਵੀ ਨਹੀਂ ਚੱਕੀ ਕਲਾਕਾਰਾਂ ਦੀ, ਕਿਉਂਕਿ ਸਾਡੇ ਜਿਹੜੇ ਹੈਗੇ ਵੱਡੇ ਕਲਾਕਾਰ ਹੈਗੇ ਆ ਉਹ ਮਿਊਜ਼ਿਕ ਔਨ ਕਰਦੇ ਨੇ ਕਿਰਾ, ਗਾਣੇ ਗਾਉਂਦੇ ਨੇ ਕਿਰਾ, ਫਿਲਮਾਂ ਦੇਖਦੇ ਨੇ, ਪਰ ਗਰੀਬ ਕਲਾਕਾਰਾਂ ਦੀ ਕੋਈ ਸਾਰ ਨਹੀਂ ਲੈ ਰਿਹਾ ਕਿਰਾ। ਸਾਡੇ ਆਹ ਰਮਣੀ ਦੀ ਬਿੱਟੂ ਜੀ ਆ, ਇਹਦੀ ਬੈਟਰੀ ਚਾਰਜ ਕੀਤੀ ਸੀਗੀ, ਆ 4-5 ਮਹੀਨੇ ਦਾ ਵਧੀਆ ਕੰਮ ਕੀਤਾ, ਫਿਰ ਸੌਂ ਗਈ ਬੈਟਰੀ। ਉਧਰ NSUI ਦੇ ਵੱਲੋਂ HRD ਡਿਪਾਰਟਮੈਂਟ ਦੇ ਬਾਹਰ ਬੈਠ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਸ਼ਾਂਤਮਈ ਪ੍ਰਦਰਸ਼ਨ ਦੇ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਪ੍ਰੀਖਿਆਵਾਂ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਕੋਵਿਡ ਦੇ ਹਾਲਾਤ ਚੱਲ ਰਹੇ ਨੇ। कि कुछ NSUI ਦੇ ਕਾਰਕੁਨਾਂ ਦਾ ਇਸ ਮੌਕੇ ਦੇ ਉੱਤੇ ਕਹਿਣਾ ਸੀ, ਉਹ ਸੁਣਾਂਗੇ। मांग सरकार से यही है कि अभी भी 12वीं कक्षा के जो एग्ज़ाम्स हैं उसमें अधिकतम जो बच्चे हैं वो 18 साल के कम की आयु के, और उनको वैक्सीन नहीं लगी है, और आगे वैक्सीन कब लगेगी भी इस पर भी कोई चर्चा नहीं है। तो उनका फिज़िकली एग्ज़ाम देना जो है वो खतरे से खाली नहीं है, और उनका एकेडमिक ईयर बचाने के लिए सरकार जो है उनका इंटरनल असेसमेंट द्वारा या प्रैक्टिकल द्वारा या होम असेसमेंट किसी और माध्यम से उनका जो है जो आंकलन किया जाए, और उनको जल्द से जल्द जो है ये एग्ज़ाम्स को कैंसिल करके उनको प्रमोट किया जाए, ताकि उनका 1 साल का एकेडमिक ईयर जो है वो बचाया जा सके। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਲਈ ਇੰਨਾ ਹੀ, ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।